बाप बेटा त्रिपा नाम ते आमीन। सब भैन भ्रावां ਨੂੰ ਯਿਸੂ ਮਸੀਹ ਦੀ ਸਲਾਮ। ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਅੱਜ ਦਾ ਦਿਨ ਤਾਂ ਅੱਜ ਦਾ ਸਮਾਂ ਦਿੱਤਾ ਹੈ, ਅੱਜ ਦੇ ਵਚਨ ਦਿੱਤੇ ਹਨ ਕਿ ਅਸੀਂ ਉਸ ਦੀ ਮਹਿਮਾ ਕਰੀਏ, ਵਡਿਆਈ ਕਰੀਏ, ਧੰਨਵਾਦ ਕਰੀਏ। ਪ੍ਰਭੂ ਦੇ ਪਵਿੱਤਰ ਚਰਨ ਜਾਣ ਕੇ ਦੁਆਵਾਂ ਕਰੀਏ, ਪ੍ਰਾਰਥਨਾ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ, ਪਵਿੱਤਰ ਆਤਮਾ ਦਾ ਵਰਦਾਨ ਦੇਵੇ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਪੜ੍ਹੀਏ ਤੇ ਚੰਗੀ ਤਰ੍ਹਾਂ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਿੱਤਰ ਬਾਈਬਲ ਚੋਂ ਚੇਲਿਆਂ ਦੇ ਕਰਤੱਵ ਚੈਪਟਰ 16 22 ਤੋਂ 34 ਆਇਤਾਂ ਵਿੱਚ ਜੋ ਵੀ ਵਚਨ ਲਿਖੇ ਹਨ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਐਕਟਸ ਚੈਪਟਰ 16 verses 22 till 34. Paul and Silas in prison. ਪੌਲੁਸ ਤੇ ਸਿਲਾਸ ਜੇਲ੍ਹ ਦੇ ਵਿੱਚ। ਮੇਰੇ ਭੈਣ ਭਰਾਵੋ, ਇਹਨਾਂ ਵਚਨਾਂ ਵਿੱਚ ਦੱਸਿਆ ਗਿਆ ਕਿ ਪੌਲੁਸ ਤੇ ਸਿਲਾਸ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ, ਪਰਮੇਸ਼ਰ ਦਾ ਸ਼ੁਭ ਸਮਾਚਾਰ ਦੂਰ ਦੂਰ ਤੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਜਾ ਕੇ ਕਰਿਆ ਕਰਦੇ ਸਨ। ਕੁਝ ਲੋਕ ਵਿਸ਼ਵਾਸ ਨਹੀਂ ਕਰਦੇ ਸਨ, ਉਹ ਚੇਲਿਆਂ ਨੂੰ ਬਹੁਤ ਨਫ਼ਰਤ ਕਰਦੇ ਸਨ। ਇੱਕ ਵਾਰ ਇਹਨਾਂ ਚੇਲਿਆਂ ਨੂੰ ਫਿਲਿੱਪੀ ਸ਼ਹਿਰ ਦੇ ਲੋਕਾਂ ਨੇ ਬਹੁਤ ਮਾਰਿਆ, ਕੁੱਟਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਪੌਲੁਸ ਤੇ ਸਿਲਾਸ ਨੇ ਕੋਈ ਗੁਨਾਹ ਵੀ ਨਹੀਂ ਕੀਤਾ ਸੀ ਅਤੇ ਸ਼ਾਂਤੀ ਰੱਖਣ ਵਾਲੇ ਇਹ ਵਿਸ਼ਵਾਸੀ ਲੋਕ ਸਨ। ਫਿਰ ਵੀ ਇਹਨਾਂ ਨਾਲ ਬਹੁਤ ਖਤਰਨਾਕ ਜੇਲੀਆਂ ਵਾਂਗ ਵਰਤਾਓ ਕੀਤਾ ਗਿਆ। ਪੈਰਾਂ ਵਿੱਚ ਬੇੜੀਆਂ ਪਾਈਆਂ ਗਈਆਂ। ਲਗਭਗ ਅੱਧੀ ਰਾਤ ਦੇ ਵੇਲੇ ਪੌਲੁਸ ਤੇ ਸਿਲਾਸ ਨੂੰ ਪ੍ਰਾਰਥਨਾ ਕਰਨ ਦੇ ਲਈ ਪਵਿੱਤਰ ਆਤਮਾ ਨੇ ਸ਼ਕਤੀ ਦਿੱਤੀ। ਪੌਲੁਸ ਤੇ ਸਿਲਾਸ ਨੇ ਅੱਧੀ ਰਾਤ ਦੇ ਵੇਲੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰ ਕੇ ਪ੍ਰਾਰਥਨਾ ਕੀਤੀ, ਪ੍ਰਭੂ ਦੀ ਮਹਿਮਾ ਕੀਤੀ, ਪਰਮੇਸ਼ਰ ਦੀ ਵਡਿਆਈ ਕੀਤੀ ਔਰ ਪਰਮੇਸ਼ਰ ਦੇ ਉਸਤ ਵਿੱਚ ਗੀਤ ਗਾ ਰਹੇ ਸਨ ਔਰ ਦੂਸਰੇ ਕੈਦੀ ਵੀ ਸੁਣ ਰਹੇ ਸਨ। ਮੇਰੇ ਭੈਣ ਭਰਾਵੋ, ਸਾਨੂੰ ਵੀ ਪ੍ਰਭੂ ਪਰਮੇਸ਼ਰ ਦੀ ਵਡਿਆਈ ਕਰਨੀ ਚਾਹੀਦੀ ਹੈ, ਮਹਿਮਾ ਕਰਨੀ ਚਾਹੀਦੀ ਹੈ, ਪ੍ਰਾਰਥਨਾ ਕਰਨੀ ਚਾਹੀਦੀ ਆ, ਚਾਹੇ ਅਸੀਂ ਕਿਸੇ ਵੀ ਮੁਸ਼ਕਲ ਹਾਲਤ ਵਿੱਚ ਹੋਈਏ। ਦੂਸਰੇ ਲੋਕ ਵੀ ਸਾਨੂੰ ਦੇਖ ਕੇ ਪ੍ਰਭੂ ਵਿੱਚ ਵਿਸ਼ਵਾਸ ਕਰਨ ਲੱਗ ਪੈਣਗੇ। ਜਦੋਂ ਪੌਲੁਸ ਤੇ ਸਿਲਾਸ ਪ੍ਰਾਰਥਨਾ ਕਰ ਰਹੇ ਸਨ, ਉਸ ਸਮੇਂ ਬਹੁਤ ਵੱਡਾ ਭੂਚਾਲ ਆਇਆ। ਜੇਲ੍ਹ ਦੀਆਂ ਨੀਹਾਂ ਹਿੱਲ ਗਈਆਂ, ਸਭ ਦਰਵਾਜ਼ੇ ਖੁੱਲ੍ਹ ਗਏ। ਕੈਦੀ ਆਪਣੇ ਪਾਪਾਂ ਤੋਂ ਮੁਕਤ ਹੋ ਗਏ, ਆਜ਼ਾਦ ਹੋ ਗਏ, ਕਿਉਂਕਿ ਉਹ ਵਚਨ, ਪ੍ਰਭੂ ਦਾ ਵਚਨ ਸੁਣ ਰਹੇ ਸਨ। ਜੇਲ੍ਹ ਦੇ ਦਰੋਗੇ ਨੇ ਦੇਖਿਆ ਅਤੇ ਉਹ ਡਰ ਗਿਆ। ਉਸਨੇ ਸੋਚਿਆ ਕਿ ਸਭ ਕੈਦੀ ਦੌੜ ਗਏ ਹਨ। ਉਸਨੇ ਆਪਣੀ ਤਲਵਾਰ ਖਿੱਚ ਕੇ ਆਪਣੇ ਆਪ ਨੂੰ ਮਾਰਨ ਲੱਗਾ। ਪੌਲੁਸ ਨੇ ਕਿਹਾ, ਅਸੀਂ ਸਭ ਇੱਥੇ ਹਾਂ, ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ। ਜੇਲ੍ਹ ਦੇ ਦਰੋਗੇ ਨੇ ਪੌਲੁਸ ਤੇ ਸਿਲਾਸ ਨੂੰ ਪੁੱਛਿਆ, ਸ਼੍ਰੀਮਾਨ ਜੀ, ਮੈਨੂੰ ਮੁਕਤੀ ਪ੍ਰਾਪਤ ਕਰਨ ਲਈ ਕੀ ਕਰਨਾ ਚਾਹੀਦਾ ਹੈ? ਚੇਲਿਆਂ ਨੇ ਕਿਹਾ, ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ ਅਤੇ ਤੇਰਾ ਪਰਿਵਾਰ ਬਚਾਇਆ ਜਾਵੇਗਾ। ਤੂੰ ਤੇ ਤੇਰਾ ਪਰਿਵਾਰ ਬਚਾਇਆ ਜਾਵੇਗਾ ਅਗਰ ਜੇ ਤੂੰ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੇਗਾ। ਅਸੀਂ ਪੜ੍ਹ ਸਕਦੇ ਹਾਂ ਰੋਮਨ ਚੈਪਟਰ 10 verse 9, ਫਸਟ ਲੈਟਰ ਆਫ Corinthians chapter 12 verse 3, Ephesians chapter 2 verses 8 and 9, Philippians chapter 2 verse 11, Roman ਦੇ chapter 10 ਦੀ 9 ਆਇਤ, ਪਹਿਲਾ Corinthians chapter 12 ਦੀ 3 ਆਇਤ, ਹਬਸ਼ੀਆ chapter 2 8 ਤੇ 9 ਆਇਤ, ਫਿਲਿੱਪੀਆਂ ਚੈਪਟਰ 2 ਤੇ 11 ਆਇਤ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਨ ਨਾਲ ਅਸੀਂ ਕਿਸ ਤਰ੍ਹਾਂ ਮੁਕਤੀ ਪਾ ਸਕਦੇ ਹਾਂ, ਕਿਸ ਤਰ੍ਹਾਂ ਬਚਾਏ ਜਾ ਸਕਦੇ ਹਾਂ। ਪੌਲੁਸ ਤੇ ਸਿਲਾਸ ਨੇ ਦਰੋਗੇ ਦੇ ਸਾਰੇ ਪਰਿਵਾਰ ਨੂੰ ਪ੍ਰਭੂ ਦਾ ਵਚਨ ਸੁਣਾਇਆ, ਮੈਸੇਜ ਸੁਣਾਇਆ। ਫਿਰ ਉਸਨੇ ਅਤੇ ਉਸਦੇ ਪਰਿਵਾਰ ਨੇ ਬਪਤਿਸਮਾ ਲਿਆ, ਮੁਕਤੀ ਪਾਈ। ਮੇਰੇ ਭੈਣ ਭਰਾਵੋ, ਸਾਨੂੰ ਵੀ
ਪ੍ਰਭੂ ਯਿਸੂ ਪਰ ਵਿਸ਼ਵਾਸ ਕਰਨਾ ਚਾਹੀਦਾ ਹੈ। ਪਰਮੇਸ਼ਰ ਕੋਲੋਂ ਅਨੰਤ ਜੀਵਨ ਪ੍ਰਾਪਤ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਦਰੋਗੇ ਨੇ ਪ੍ਰਭੂ ਯਿਸੂ ਦੇ ਵਚਨਾਂ ਉੱਪਰ ਵਿਸ਼ਵਾਸ ਕੀਤਾ, ਪ੍ਰਭੂ ਦੇ ਮੈਸੇਜ ਨੂੰ ਸਵੀਕਾਰ ਕਰਕੇ ਪਰਮੇਸ਼ਰ ਕੋਲੋਂ ਮੁਕਤੀ ਹਾਸਲ ਕੀਤੀ। ਪਿਤਾ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ, ਪਰਮੇਸ਼ਰ ਆਪ ਸਾਰਿਆਂ ਨੂੰ ਔਰ ਆਪ ਦੇ ਸਾਰੇ ਪਰਿਵਾਰ ਦੇ ਨਾਲ ਯਿਸੂ ਦੀ ਜਾਣ ਪਛਾਣ ਲਈ ਤੁਹਾਨੂੰ ਸ਼ਕਤੀ ਦੇਵੇਗਾ, ਪਵਿੱਤਰ ਆਤਮਾ ਦਾ ਵਰਦਾਨ ਦੇਵੇਗਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸ ਸਕਦੇ ਹੋ। ਜਿਸ ਤਰ੍ਹਾਂ ਦਰੋਗੀ ਨੇ ਪੌਲੁਸ ਦੇ ਸਿਲਾਸ ਨੂੰ ਪੁੱਛਿਆ, ਫਿਰ ਉਸਨੇ ਆਪਣੇ ਪਰਿਵਾਰ ਨੂੰ ਪਰਮੇਸ਼ਰ ਦੇ ਵਿੱਚ ਲੈ ਕੇ ਆਂਦਾ। ਇਸ ਤਰ੍ਹਾਂ ਅਸੀਂ ਵੀ ਪਹਿਲਾਂ ਪ੍ਰਭੂ ਦਾ ਵਚਨ ਸੁਣਨਾ, ਵਿਸ਼ਵਾਸ ਕਰਨਾ, ਫਿਰ ਆਪਣੇ ਭੈਣ ਭਰਾਵਾਂ ਨੂੰ ਵੀ ਪ੍ਰਭੂ ਯਿਸੂ ਦੀ ਜਾਣ ਪਛਾਣ ਦੇ ਲਈ ਇੰਟਰੋਡਿਊਸ ਕਰਾਉਣਾ ਹੈ। ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਵਚਨ ਸੁਣਾਉਣੇ ਹਨ, ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਣਾ ਹੈ, ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਉਣਾ ਹੈ। ਇਸ ਤਰ੍ਹਾਂ ਸਾਡਾ ਸਾਰਾ ਪਰਿਵਾਰ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਕੇ ਆਏਗਾ ਅਤੇ ਬਚਾਇਆ ਜਾਵੇਗਾ, ਮੁਕਤੀ ਪਾਏਗਾ। ਜਿਸ ਤਰ੍ਹਾਂ ਜੇਲ੍ਹ ਦੇ ਦਰੋਗੇ ਨੇ ਵਿਸ਼ਵਾਸ ਕਰਕੇ ਆਪ ਤੇ ਆਪਣੇ ਸਾਰੇ ਪਰਿਵਾਰ ਨੂੰ ਬਪਤਿਸਮਾ ਦਿਵਾਇਆ ਅਤੇ ਮੁਕਤੀ ਹਾਸਲ ਕੀਤੀ। ਪ੍ਰਭੂ ਯਿਸੂ ਪਿਤਾ ਪਰਮੇਸ਼ਰ ਉੱਪਰ ਵਿਸ਼ਵਾਸ ਕਰੋ, ਪ੍ਰਭੂ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ ਔਰ ਪਾਪਾਂ ਤੋਂ ਪਛਤਾਵਾ ਕਰਕੇ ਮਾਫੀ ਮੰਗ ਕੇ ਪ੍ਰਾਰਥਨਾ ਕਰਦੇ ਰਹੋ। ਪ੍ਰਭੂ ਪਰਮੇਸ਼ਰ ਆਪ ਸਾਰਿਆਂ ਨੂੰ ਜ਼ਰੂਰ ਮਾਫ ਕਰਕੇ ਮੁਕਤੀ ਦੇਵੇਗਾ, ਨਵੀਂ ਜ਼ਿੰਦਗੀ ਦੇਵੇਗਾ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਮੈਨੂੰ ਅਤੇ ਆਪ ਸਾਰਿਆਂ ਨੂੰ ਵੀ ਸਵਰਗਾਂ ਦੇ ਸੰਤਾਨ ਬਣਾਵੇ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਜੀ। ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਇਹਨਾਂ ਵਚਨਾਂ ਦਾ ਪ੍ਰਭੂ ਜੀ। ਕੋਈ ਜੋ ਵੀ ਆਪਦੇ ਉੱਪਰ ਵਿਸ਼ਵਾਸ ਕਰਦਾ, ਨਿਸ਼ਚੈ ਕਰਦਾ, ਆਪ ਨੂੰ ਪਿਆਰ ਕਰਦਾ, ਆਪਦੇ ਵਚਨਾਂ ਦੇ ਅਨੁਸਾਰ ਚੱਲਦਾ ਹੈ, ਤੁਸੀਂ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਜ਼ਿੰਦਗੀ ਦਿੰਦੇ ਹੋ, ਮੁਕਤੀ ਦਿੰਦੇ ਹੋ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਮੇਰੇ ਭਰਾ ਹੁਣ ਅਸੀਂ ਪਵਿੱਤਰ ਬਾਈਬਲ 'ਚੋਂ ਸੰਤ ਯੂਹੰਨਾ ਦੀ ਇੰਜੀਲ ਚੈਪਟਰ 16 5 ਤੋਂ 11 ਐਤਾਂ ਪੜ੍ਹਾਂਗੇ। St. John chapter 16 verses 5 till 11. Jesus teaches about the Holy Spirit. ਪਵਿੱਤਰ ਆਤਮਾ ਦਾ ਕੰਮ। ਮੈਂ ਤੁਹਾਨੂੰ ਆਰੰਭ ਤੋਂ ਇਹ ਗੱਲਾਂ ਨਾ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ, ਪਰ ਹੁਣ ਮੈਂ ਆਪਣੇ ਘੱਲਣ ਵਾਲੇ ਕੋਲ ਜਾ ਰਿਹਾ ਹਾਂ। ਪਰ ਤੁਹਾਡੇ ਵਿੱਚੋਂ ਕਿਸੇ ਨੇ ਮੇਰੇ ਤੋਂ ਨਹੀਂ ਪੁੱਛਿਆ ਤੂੰ ਕਿੱਥੇ ਜਾ ਰਿਹਾ ਹਾਂ, ਕਿਉਂਕਿ ਹੁਣ ਮੈਂ ਤੁਹਾਨੂੰ ਇਹ ਗੱਲਾਂ ਦੱਸ ਦਿੱਤੀਆਂ ਹਨ, ਇਸ ਲਈ ਤੁਹਾਡਾ ਦਿਲ ਸ਼ੌਕ ਨਾਲ ਭਰ ਗਿਆ ਹੈ। ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਤੁਹਾਡੇ ਲਈ ਲਾਭਵੰਦ ਹੈ ਕਿ ਮੈਂ ਜਾ ਰਿਹਾ ਹਾਂ, ਕਿਉਂਕਿ ਜੇਕਰ ਮੈਂ ਨਾ ਜਾਵਾਂ ਤਾਂ ਮਦਦਗਾਰ ਤੁਹਾਡੇ ਕੋਲ ਨਹੀਂ ਆਏਗਾ, ਪਰ ਜੇਕਰ ਮੈਂ ਜਾਵਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲਾਂਗਾ। ਜਦੋਂ ਉਹ ਆਏਗਾ ਤਾਂ ਉਹ ਦੁਨੀਆ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਗਾ। ਪਾਪ ਦੇ ਬਾਰੇ ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ, ਧਾਰਮਿਕਤਾ ਦੇ ਬਾਰੇ ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਅਤੇ ਥੋੜ੍ਹੀ ਦੇਰ ਦੇ ਪਿੱਛੋਂ ਤੁਸੀਂ ਮੈਨੂੰ ਫਿਰ ਨਹੀਂ ਦੇਖੋਗੇ। ਨਿਆਂ ਦੇ ਬਾਰੇ ਕਿਉਂਕਿ ਦੁਨੀਆ ਦਾ ਸਰਦਾਰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਆਸ਼ੀਸ਼ ਦੀ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਆਪਣੀ ਮੌਤ ਬਾਰੇ ਆਪਣੇ ਚੇਲਿਆਂ ਨੂੰ ਪਹਿਲਾਂ ਹੀ ਸੰਕੇਤ ਕਰ ਰਹੇ ਸਨ ਕਿ ਉਹ ਆਪਣੇ ਘੱਲਣ ਵਾਲੇ ਕੋਲ ਜਾ ਰਿਹਾ ਹੈ। ਫਿਰ ਵੀ ਪ੍ਰਭੂ ਦੇ ਚੇਲੇ ਕਲੀਅਰਲੀ ਨਹੀਂ ਸਮਝ ਸਕੇ ਕਿ ਪ੍ਰਭੂ ਯਿਸੂ ਕਿੱਥੇ ਜਾਣ ਨੂੰ ਸਾਨੂੰ ਦੱਸ ਰਹੇ ਹਨ। ਅਸੀਂ
ਪੜ੍ਹ ਸਕਦੇ ਹਾਂ ਸੰਤ ਯਹੂਨਾ ਦੀ ਇੰਜੀਲ ਚੈਪਟਰ 13 ਦੀ 36 ਐਤ ਵਿੱਚ ਪਤਰਸ ਨੇ ਯਿਸੂ ਤੋਂ ਪੁੱਛਿਆ, ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ? ਯਿਸੂ ਨੇ ਉੱਤਰ ਦਿੱਤਾ, ਇਸ ਵਕਤ ਤੁਸੀਂ ਮੇਰੇ ਪਿੱਛੇ ਨਹੀਂ ਆ ਸਕਦੇ, ਪਰ ਬਾਅਦ ਵਿੱਚ ਮੇਰੇ ਪਿੱਛੋਂ ਆਵੋਗੇ। ਸੰਤ ਯਹੂਨਾ ਚੈਪਟਰ 14 ਦੇ 5 ਐਤ ਵਿੱਚ ਥੋਮਾ ਨੇ ਵੀ ਪੁੱਛਿਆ, ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ? ਅਸੀਂ ਇਸ ਦੇ ਬਾਰੇ ਨਹੀਂ ਜਾਣਦੇ। ਮੇਰੇ ਭੈਣ ਪ੍ਰਭੂ, ਜੇਕਰ ਪ੍ਰਭੂ ਯਿਸੂ ਇਸ ਸੰਸਾਰ ਵਿੱਚ ਕੋਈ ਚਮਤਕਾਰ ਜਾਂ ਚਿੰਨ੍ਹ ਨਾ ਦਿਖਾਉਂਦੇ, ਸਾਡੇ ਕੋਲ ਪਰਮੇਸ਼ਰ ਦਾ ਸ਼ੁਭ ਸਮਾਚਾਰ ਵੀ ਨਹੀਂ ਆਉਣਾ ਸੀ ਅਤੇ ਨਾ ਹੀ ਪਰਮੇਸ਼ਰ ਬਾਰੇ ਕੋਈ ਸਾਨੂੰ ਗਿਆਨ ਹੋਣਾ ਸੀ। ਜੇਕਰ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਪਰ ਚੜ੍ਹ ਕੇ ਜਾਨ ਨਾ ਦਿੰਦੇ, ਸਾਡੇ ਪਾਪ ਵੀ ਮਾਫ ਨਹੀਂ ਹੋ ਸਕਦੇ ਸੀ। ਪ੍ਰਭੂ ਯਿਸੂ ਮਸੀਹ ਮੌਤ ਉੱਤੇ ਜਿੱਤ ਪ੍ਰਾਪਤ ਕਰਕੇ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠੇ। ਜੇਕਰ ਪ੍ਰਭੂ ਯਿਸੂ ਮਸੀਹ ਸਵਰਗਾਂ ਵਿੱਚ ਆਪਣੇ ਪਿਤਾ ਕੋਲ ਵਾਪਸ ਨਾ ਜਾਂਦੇ, ਤਾਂ ਪਵਿੱਤਰ ਆਤਮਾ ਵੀ ਸਾਡੇ ਕੋਲ ਨਹੀਂ ਆ ਸਕਦਾ ਸੀ। ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਇਸ ਧਰਤੀ ਤੇ ਇੱਕ ਸਮੇਂ ਇੱਕੋ ਹੀ ਜਗ੍ਹਾ ਤੇ ਇੱਕ ਹੀ ਥਾਂ ਤੇ ਸਥਿਰ ਸੀ, ਲਿਮਟਿਡ ਸੀ। ਉਸ ਦਾ ਇਸ ਸੰਸਾਰ ਨੂੰ ਛੱਡ ਕੇ, ਚੇਲਿਆਂ ਨੂੰ ਛੱਡ ਕੇ ਜਾਣਾ ਭਾਵ ਕਿ ਪ੍ਰਭੂ ਯਿਸੂ ਦਾ ਪਵਿੱਤਰ ਆਤਮਾ ਦੁਆਰਾ ਸਾਰੇ ਸੰਸਾਰ ਵਿੱਚ ਪ੍ਰਗਟ ਹੋਣਾ ਸੀ। ਪਵਿੱਤਰ ਆਤਮਾ ਦਾ ਬਹੁਤ ਜ਼ਰੂਰੀ ਕੰਮ ਹੈ ਕਿ ਸੰਸਾਰ ਨੂੰ ਉਸ ਦੇ ਪਾਪਾਂ ਦਾ ਯਕੀਨ ਦਿਵਾਉਣਾ ਅਤੇ ਪਾਪਾਂ ਤੋਂ ਪਛਤਾਵਾ ਕਰਨ ਲਈ ਪਵਿੱਤਰ ਆਤਮਾ ਦੱਸਦਾ ਹੈ। ਦੂਸਰਾ ਅਸੀਂ ਕਹਿ ਸਕਦੇ ਪਵਿੱਤਰ ਆਤਮਾ ਕਿਸੇ ਵੀ ਇਨਸਾਨ ਉੱਤੇ ਪ੍ਰਗਟ ਹੋ ਸਕਦਾ ਹੈ ਔਰ ਪਵਿੱਤਰ ਆਤਮਾ ਕਿਸੇ ਵੀ ਇਨਸਾਨ ਉੱਤੇ ਪ੍ਰਗਟ ਹੋ ਕੇ ਪਰਮੇਸ਼ਰ ਦੀ ਹਜ਼ੂਰੀ ਦੀ ਮਹਾਨਤਾ ਨੂੰ ਪ੍ਰਗਟ ਕਰ ਸਕਦਾ ਹੈ। ਜਿਹੜਾ ਵੀ ਪਰਮੇਸ਼ਰ ਉੱਪਰ ਵਿਸ਼ਵਾਸ ਕਰਦਾ ਹੈ, ਕਿਉਂਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਇਸ ਵਕਤ ਸੰਸਾਰ ਦੀ ਧਰਤੀ ਉੱਤੇ ਫਿਜ਼ੀਕਲੀ ਹਾਜ਼ਰ ਨਹੀਂ ਹੁੰਦੇ। ਅਤੇ ਤੀਸਰਾ ਅਸੀਂ ਕਹਿ ਸਕਦੇ ਹਾਂ ਕਿ ਪਵਿੱਤਰ ਆਤਮਾ ਸ਼ੈਤਾਨ ਉੱਤੇ ਕਾਬੂ ਰੱਖਣਾ, ਪ੍ਰਭੂ ਯਿਸੂ ਦੇ ਨਿਆਂ ਬਾਰੇ ਦਿਖਾਵਾ ਕਰਦਾ ਹੈ। ਕਿਉਂਕਿ ਪ੍ਰਭੂ ਯਿਸੂ ਨੇ ਸ਼ੈਤਾਨ ਅਤੇ ਮੌਤ ਉੱਤੇ ਕਿਸ ਤਰ੍ਹਾਂ ਅਧਿਕਾਰ ਜਮਾਇਆ ਹੈ, ਕਿਸ ਤਰ੍ਹਾਂ ਆਪਣੇ ਪਵਿੱਤਰ ਖੂਨ ਦੀ ਕੁਰਬਾਨੀ ਰਾਹੀਂ ਮੌਤ ਅਤੇ ਸ਼ੈਤਾਨ ਨੂੰ ਜਿੱਤਿਆ ਹੈ। ਮੇਰੇ ਭੈਣ ਭਰਾ, ਇਹ ਸਭ ਕੁਝ ਸਾਨੂੰ ਪਵਿੱਤਰ ਆਤਮਾ ਦੇ ਰਾਹੀਂ ਗਿਆਨ ਪ੍ਰਾਪਤ ਹੁੰਦਾ ਹੈ। ਪ੍ਰਭੂ ਯਿਸੂ ਦੇ ਕਹਿਣ ਦੇ ਅਨੁਸਾਰ ਪ੍ਰਭੂ ਯਿਸੂ ਕਹਿੰਦੇ ਕਿ ਜੇਕਰ ਤੁਸੀਂ ਮੇਰੇ ਵਿੱਚ ਅਤੇ ਮੇਰੇ ਪਿਤਾ ਵਿੱਚ ਵਿਸ਼ਵਾਸ ਨਹੀਂ ਕਰਦੇ ਤੇ ਇਹ ਇੱਕ ਪਾਪ ਹੈ, ਇੱਕ ਪਾਪ ਵਾਂਗ ਹੈ ਜੋ ਇਨਸਾਨ ਪਰਮੇਸ਼ਰ ਵਿੱਚ ਵਿਸ਼ਵਾਸ ਨਹੀਂ ਕਰਦਾ। ਪ੍ਰਭੂ ਯਿਸੂ ਦੀ ਸਲੀਬ ਉੱਤੇ ਮੌਤ ਨੇ ਹੀ ਸਾਡਾ ਪਰਮੇਸ਼ਰ ਨਾਲ ਨਿੱਜੀ ਸੰਬੰਧ ਪੈਦਾ ਕੀਤਾ ਹੈ। ਜਦੋਂ ਅਸੀਂ ਆਪਣੇ ਪਾਪਾਂ ਤੋਂ ਪਛਤਾਵਾ ਕਰਕੇ ਪਾਪਾਂ ਨੂੰ ਕਬੂਲ ਕਰਦੇ ਹਾਂ, ਕਨਫੈਸ਼ਨ ਕਰਦੇ ਹਾਂ, ਪਰਮੇਸ਼ਰ ਸਾਨੂੰ ਆਪਣੇ ਭਲੇ ਪਵਿੱਤਰ ਧੀਆਂ ਪੁੱਤਰ ਬਣਾ ਕੇ ਘੋਸ਼ਣਾ ਕਰਦਾ ਹੈ, ਡਿਕਲੇਅਰ ਕਰਦਾ ਹੈ ਕਿ ਤੁਸੀਂ ਮੇਰੇ ਧੀਆਂ ਪੁੱਤਰ ਹੋ, ਔਰ ਸਾਡੇ ਪਾਪਾਂ ਤੋਂ ਵੀ ਸਾਨੂੰ ਮਾਫੀ ਦੇ ਕੇ ਆਜ਼ਾਦ ਕਰਵਾ ਕੇ ਮੁਕਤੀ ਦਿੰਦਾ ਹੈ। ਮੇਰੇ ਭੈਣ ਭਰਾਵੋ, ਇਸ ਲਈ ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰੋ, ਪਿਤਾ ਪਰਮੇਸ਼ਰ ਉੱਪਰ ਵਿਸ਼ਵਾਸ ਕਰੋ। ਉਹੀ ਪ੍ਰਭੂ ਹੈ ਤੇ ਪਰਮੇਸ਼ਰ ਹੈ। ਜੋ ਵੀ ਇਨਸਾਨ ਉਸ ਵਿੱਚ ਵਿਸ਼ਵਾਸ ਕਰਦਾ ਹੈ, ਪ੍ਰਭੂ ਉਹਨਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦਿੰਦਾ ਹੈ। ਆਪਣੇ ਪਾਪਾਂ ਤੋਂ ਪਛਤਾਵਾ ਕਰਕੇ ਪਰਮੇਸ਼ਰ ਕੋਲ ਨਵੀਂ ਜ਼ਿੰਦਗੀ ਹਾਸਲ ਕਰੋ। ਮੇਰੇ ਭੈਣ ਭਰਾਵੋ, ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਪ੍ਰਾਰਥਨਾ ਕਰਦੇ ਰਹੋ। ਪ੍ਰਭੂ ਯਿਸੂ ਆਪ ਸਾਰਿਆਂ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੀ ਸੰਤਾਨ ਬਣਾਵੇ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਪ੍ਰਭੂ ਜੀ। ਪ੍ਰਭੂ ਜੀ, ਅਸੀਂ ਜਿੰਨੇ ਵੀ ਭੈਣ ਭਰਾ ਦਾ ਵਚਨ ਪੜ੍ਹ ਰਹੇ, ਸੁਣ ਰਹੇ
आपदे अगे दुआवां कर रहे, प्रार्थना कर रहे, आप पर विश्वास करते हैं। प्रभु जी सब ते रहम करो, दया करो, सब दे पापां नूं माफ़ करके नवीं जिंदगियां देवो, पवित्र आत्मा की शक्ति दो, पवित्र आत्मा वरदान दो कि असीं भी अपने भैन भरावां नूं, अपने परिवार नूं आपदा वचन सुनाइए ते आपदे विच लैके आइए। थैंक यू प्रभु जी, थैंक यू जीसस। धन्नवाद प्रभु यीशु जी, धन्नवाद प्रभु यीशु। जिन्ने भी भैन भरा आपदा वचन पढ़ते सुनते प्रभु यीशु जी, सब ते रहम करना, हर बीमारी तो, हर शैतानी ताकत तो बचा के रखना प्रभु यीशु जी। सद विश्वास नूं कायम रखना प्रभु यीशु जी। थैंक यू जीसस। असीं आपदा बार बार दिलों धन्नवाद करते हैं। थैंक यू जीसस, थैंक यू जीसस, हालेलुया हालेलुया। थैंक यू प्रभु जी, थैंक यू जीसस जीसस, थैंक यू जीसस। सब भैन भरा मिल के प्रभु के पितर चरण जान के दुआवां करिए, बेनतियां करिए, प्रार्थना करिए, उसका धन्नवाद करिए। थैंक यू जीसस, थैंक यू जीसस, हालेलुया 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 हालेलुया। यीशु थैंक यू जीसस, थैंक यू पिता परमेश्वर, थैंक यू पिता परमेश्वर। पूरी कदरा जमीन दे असमान दे पैदा करने वाले सर्वशक्तिमान साडे मुक्तदा यीशु मसीह, असीं आपदा बार बार धन्नवाद करदे, शुकर करदे अज दे वक्त दे समले जो तुसीं अज दे वचन दित्ते हैं यीशु, असीं आपदा बार बार धन्नवाद करदे, शुकर करदे यीशु जी। थैंक यू जीसस, थैंक यू जीसस, हालेलुया यीशु नाम असीं जिन्ने भैन भरा असीं आपदा वचन पढ़ रहे, सुन रहे, आपदे अगे दुआवां कर रहे, बेनती करदे यीशु नाम असीं सब ते रहम करना, दया करनी, कृपा करनी यीशु जी। आपदा पवित्र हत्थ उन्हां सब ते सिर ते हत्थ रखना यीशु जी। पर यीशु नाम असीं आपदा पवित्र हत्थ उन्हां दे सिर ते रखना, आशीष बरकत देना। पर यीशु जो भी उन्होंने शरीर दुख तकलीफ बीमारी कमजोरी है यीशु नाम जी अपनी शक्ति ना उन्होंने ठीक करना, तंदुरुस्ती चंगा देना यीशु जी। थैंक यू जीसस, थैंक यू जीसस, यीशु नाम जी हर शैतानी ताकत तो बचा रखना यीशु जी। थैंक यू प्रभु जी, थैंक यू जीसस, यीशु नाम जी तेरा नाम पवित्र, तेरा नाम शुद्ध है यीशु जी। थैंक यू प्रभु जी, थैंक यू जीसस, यीशु नाम जी। पर यीशु असीं आपदे दुआ करदे, बेनती करदे यीशु जी। थैंक यू प्रभु जी, थैंक यू जी, तेरे वचन सच्चे पवित्र धन यीशु जी, तेरी महिमा तेरी वडियाई दुरुस्त करदे यीशु जी। थैंक यू जीसस, थैंक यू जीसस, यीशु नासरी आप संसार के मुक्तिदाता हो प्रभु यीशु नासरी, जीवन की रोटी हो, स्वर्गीय रोटी हो यीशु जी। थैंक यू जीसस, थैंक यू जीसस, हालेलुया तेरी महिमा तेरी वडियाई दुरुस्त कर दे यीशु जी। आधे वचन सच्चे ने पवित्र तान न यीशु जी, अनंत जीवन देना है यीशु जी। थैंक यू प्रभु जी, थैंक यू जीसस, हालेलुया यीशु नाम जी। प्रभु यीशु तुसीं कह के जो कुछ तुसीं प्रार्थना में मंगो, विश्वास करो कि वो तुहानू मिल गया है, तां वो तुहानू सचमुच मिल जाएगा। हालेलुया हालेलुया यीशु नाम जी। असीं विश्वास करके आपदे अगे दुआवां करदे, प्रार्थना करदे यीशु जी। जो भी असीं मंगदे हां, प्रार्थना करदे यीशु जी, तुसीं सानू सब ते रहम कर दया करदे हो यीशु जी। सानू सब नू तंदुरुस्ती चंगाई दिंदे हो यीशु जी नाम जी। साडी दुआवां सुनदे हो, साडी प्रार्थना सुनदे हो यीशु जी। थैंक यू जीसस, असीं आपदा बार बार धन्नवाद करदे, शुक्र करदे यीशु जी। थैंक यू प्रभु जी, असीं आपदे अगे बेनती करके प्रार्थना विच यीशु असीं उन्हां भैन भरावां दी तंदुरुस्ती चंगाई मंगदे हां जे साडे भैन भरा कोरोना वायरस दी बीमारी नाल बीमार हो चुके हैं यीशु जी। प्लीज यीशु उन्हां सब ते रहम कर दया करो, आपदे बच्चों नाल छू के उन्हां तंदुरुस्ती चंगाई दो यीशु जी। थैंक यू प्रभु जी, थैंक यू जीसस, हालेलुया यीशु नाम जी। असीं आपदे अगे दुआ करदे हां अपने भरा महेंद्र सिंह ने यीशु जो इंडिया विच यीशु है कोरोना वायरस की बीमारी नाल बीमार है यीशु जी। यीशु जो भी उससे कोरोना वायरस की बीमारी के कारण कोई भी जिर्म है उससे विच यीशु जी। यीशु उस कटाणियों नूं तुसीं अपनी शक्ति नाल मार दो यीशु जी। और साडे भरा नूं तंदुरुस्ती चंगाई दो यीशु जी। थैंक यू प्रभु जी, तेरे नाम की महिमा करे, तेरे नाम की वडियाई करे, तेरे नाम की गवाही देवे प्रभु यीशु जी कि तुसीं उस नूं ठीक कर दिता है। थैंक यू प्रभु जी, थैंक यू जीसस, हालेलुया यीशु नाम जी। यीशु साडे होर भी भैन भरा बहुत बीमार हैं यीशु जी, उन्हां सब लई दुआ करदे हां, बेनतियां करदे यीशु जी। सब ते रहम करना, दया करनी, आपदे पुत्तर नाल छू करना, तंदुरुस्ती चंगाई दो यीशु जी। जिन्हां साडे भैन भरा घरां विच बाहर हन, हॉस्पिटल च बाहर यीशु जी, जिन्हां भैन भरा नूं शुगर दी बीमारी, आसमा, कैंसर, सौ दी बीमारियां, उन्हां सब लई दुआ करदे हां, बेनतियां करदे हां। जिन्हां भैन भरावां दे पैरां विच दर्द है यीशु जी, क्योंकि साडे सब भैन भरावां ने दुआवां प्रार्थना करन लई आखिआ कि उन्हां सब लई दुआ करदे, बेनती करदे हां। जे घरां विचों बाहर नहीं जा सकदे प्लीज यीशु जी, प्लीज उन्हां ते कृपा करो, दया करो, उन्हां दी दुआवां सुनो, प्रार्थना सुनो प्लीज यीशु जी। उन्हां नूं चंगाई देवो, तंदुरुस्ती देवो, चंगाई दो यीशु जी। थैंक यू प्रभु जी, थैंक यू जीसस, हालेलुया यीशु नाम जी। असीं अपने भरा पास्टर हरबंस लई दुआ करदे हां यीशु जी। जो भी उसदे शरीर च कमजोरी है प्लीज यीशु उसते रहम करो, दया करो, उन्हूं तंदुरुस्ती चंगाई दो यीशु जी। थैंक यू जीसस, हालेलुया। नर्सां लई, डॉक्टरां लई, हॉस्पिटल कम करने वाले भैन भरा दुआ करदे, प्रार्थना करदे यीशु जी। जे मरीजां देखभाल करदे हां उन्हां नूं भी हर बीमारी तो बचा रखना यीशु जी। थैंक यू जीसस, हालेलुया यीशु नाम जी। आदे पितर चरण दुआ करदे हां, बेनती करदे हां, जे साडे भैन भरा प्रचार करदे हां, पास्टर लोग वफाद लोग, सिस्टर्स लोग, चर्चां दे लीडर हैं यीशु जी, तेरे नाम नूं वधाउंदे फैलाउंदे हन, तेरे वचन नूं शेयर करदे यीशु जी। जे साडे भैन भरा नेरे विच उन्हां सब नूं आपदा वचन सुणाउंदे यीशु जी। प्लीज यीशु उन्हां सब ते रहम करना, दया करनी, हर बीमारी तो बचा रखना यीशु जी। और वह समय
ਵਿੱਚ ਉਹਨਾਂ ਦੀ ਸਹਾਇਤਾ ਕਰਨੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਯਿਸੂ ਨਾਮ ਜੀ, ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਹੈ ਯਿਸੂ ਜੀ। ਉਹਨਾਂ ਸਭ ਭੈਣ ਭਰਾਵਾਂ ਲਈ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਹਾਂ ਯਿਸੂ ਜੀ, ਜੇ ਘਰਾਂ ਵਿੱਚ ਪਰੇਸ਼ਾਨ ਹਨ ਯਿਸੂ ਜੀ, ਜੇ ਦੁੱਖ ਕਰਦੇ ਯਿਸੂ, ਉਹਨਾਂ ਸਭ ਲਈ ਦੁਆ ਕਰਦੇ ਹਾਂ ਪਲੀਜ਼ ਯਿਸੂ ਜੀ, ਉਹਨਾਂ ਸਭ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਬੁਰੀਆਂ ਆਦਤਾਂ ਤੋਂ ਬਚਾ ਕਰੋ ਯਿਸੂ। ਜੋ ਸਾਡੇ ਭੈਣ ਭਰਾ ਪਰੇਸ਼ਾਨ ਹਨ ਕਿਸੇ ਵੀ ਦੁੱਖੋਂ, ਕਿਸੇ ਵੀ ਦਿਲੋਂ ਯਿਸੂ ਨਾਮ ਜੀ, ਪਰ ਆਪਦੇ ਅੱਗੇ ਦੁਆਵਾਂ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਪਲੀਜ਼ ਉਹਨਾਂ ਦੀ ਬੇਨਤੀਆਂ ਸੁਣੋ, ਉਹਨਾਂ ਦੀ ਸਹਾਇਕ ਹੋਵੋ, ਉਹਨਾਂ ਦੀ ਮਦਦ ਕਰਾਵੋ, ਉਹਨਾਂ ਦੀ ਸਹਾਇਤਾ ਕਰਾਵੋ ਯਿਸੂ ਜੀ। ਥੈਂਕ ਯੂ ਪ੍ਰਭੂ, ਥੈਂਕ ਯੂ ਜੀ, ਹਾਲੇਲੂਇਆ। ਯਿਸੂ ਨਾਮ ਜੀ, ਤੁਸੀਂ ਮਹਾਨ ਔਰ ਸ਼ਕਤੀਸ਼ਾਲੀ ਯਿਸੂ ਨਾਮ ਜੀ, ਜੋ ਵੀ ਆਪਦੇ ਉੱਪਰ ਵਿਸ਼ਵਾਸ ਕਰਦਾ ਆਪਣੇ ਆਪਣੇ ਪਾਪਾਂ ਤੋਂ ਪਛਤਾਵਾ ਕਰਕੇ ਆਪਦੇ ਕੋਲ ਆਉਂਦਾ ਹੈ, ਉਹਨਾਂ ਸਭ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦਿਓ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀ, ਹਾਲੇਲੂਇਆ। ਯਿਸੂ ਨਾਮ ਜੀ, ਯਿਸੂ ਦੀ ਸਵਰਗਾਂ ਦੇ ਪਿਤਾ ਸੱਜੇ ਪਾਸੇ ਬੈਠੋ, ਸਭ ਦੀ ਦੁਆ ਸੁਣਦੇ ਹੋ, ਸਾਡੀ ਦੁਆ ਸੁਣਨਾ ਕਬੂਲ ਕਰਨਾ, ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ, ਆਮੀਨ। ਥੈਂਕ ਯੂ ਜੀ, ਹਾਲੇਲੂਇਆ, ਹਾਲੇਲੂਇਆ। ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀ, ਹਾਲੇਲੂਇਆ। ਪਰ ਯਿਸੂ ਮਸੀਹ ਦੀ ਸਿਖਾਈ ਪ੍ਰਾਰਥਨਾ ਐ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਜਾਵੇ, ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੀ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹ ਕੁਦਰਤ ਜਲਾਲ ਸਦਾ ਤੇ ਹਮੇਸ਼ਾ ਆਪਦੇ ਹਨ, ਆਮੀਨ। ਮਾਂ ਮਰੀਮ ਸਾਰੇ ਸੰਤਾਂ ਦੇ ਫਰਿਸ਼ਤਿਆਂ ਨੂੰ ਪ੍ਰਾਰਥਨਾ ਕਰਨ ਲਈ ਆਖਦੇ ਹਾਂ, ਜੇ ਸਾਡੇ ਭੈਣ ਭਰਾ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਬਿਮਾਰ ਹੋ ਚੁੱਕੇ ਹਨ, ਉਹਨਾਂ ਸਭ ਲਈ ਦੁਆ ਕਰਨ ਕਿ ਪ੍ਰਭੂ ਯਿਸੂ ਉਹਨਾਂ ਸਭ ਭੈਣ ਭਰਾਵਾਂ ਨੂੰ ਠੀਕ ਕਰੇ, ਤੰਦਰੁਸਤੀ ਦੇਵੇ, ਚੰਗਾਈ ਦੇਵੇ, ਔਰ ਫਿਰ ਤੋਂ ਦੁਬਾਰਾ ਸੰਸਾਰ ਵਿੱਚ ਸ਼ਾਂਤੀ ਪੈਦਾ ਕਰੇ, ਆਮੀਨ, ਹਾਲੇਲੂਇਆ। ਸਲਾਮ ਮਰੀਮ ਫਜਨ ਪਰਿ ਖੁਦਾਵੰਦ ਤੇ ਨਾਲ ਹੈ, ਤੋਰ ਦਮ ਚੋਤਾਂ ਨਾਲ ਤਾਨਾ ਤੇਰੇ ਪੇਟ ਦਾ ਫਾਈ ਯਿਸੂ। ਐਜ਼ਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਬਾਪ ਬੇਟਾ ਦੇ ਰੂਪਾਂ ਦੀ ਵਡਿਆਈ ਹੋਵੇ, ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਵੇਗੀ, ਆਮੀਨ। ਐ ਮੇਰੇ ਨੇਤ ਮਿਹਰਬਾਨ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਕਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸੁਰਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਜਿੱਤੇ ਰਹਿਮਤ ਦੇ ਬਹੁਤ ਲੋੜਵੰਦ ਹਨ, ਆਮੀਨ। ਥੈਂਕ ਯੂ ਜੀਸਸ, ਗੋਡ ਬਲੈਸ ਯੂ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਭ ਤੇ ਰਹਿਮ ਕਰੇ, ਦਇਆ ਕਰੇ, ਕਿਰਪਾ ਕਰੇ, ਔਰ ਆਉਣ ਵਾਲੇ ਵਕਤ ਵਿੱਚ ਸਾਡੇ ਸਭ ਭੈਣ ਭਰਾ ਦੇ ਸਾਥ ਹੋਵੇ, ਆਮੀਨ, ਹਾਲੇਲੂਇਆ। ਬਾਪ ਬੇਟਾ ਤੇ ਰੂਪਾ ਨਾਮ ਤੇ, ਆਮੀਨ।